ਸਤਿਗੁਰਾਂ ਦੇ ਪਾਵਨ ਜੀਵਨ ਵਿੱਚੋਂ ਕੁਝ ਕੁ ਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ, ਜਿਨ੍ਹਾਂ ਰੱਬੀ ਗੁਣਾਂ ਦੇ ਕਾਰਨ ਬਰਕਤ ਦੇ ਨਾਲ ਸਾਡਾ ਜਨਮ ਮਰਨ ਮਿਟਦਾ ਹੈ, ਦੁੱਖਾਂ ਕਲੇਸ਼ਾਂ ਤੋਂ ਬਚਦੇ ਹਾਂ, ਜਮਾਂ ਦੀ ਮਾਰ ਤੋਂ ਬਚਦੇ। ਵੈਸੇ ਅੱਜ ਦਾ ਪ੍ਰਚਾਰ ਨਹੀਂ ਹੋ ਰਿਹਾ, ਲੱਖਾਂ ਸਦੀਆਂ ਤੋਂ ਚੱਲਦਾ ਆ ਰਿਹਾ, ਪਰ ਅਸੀਂ ਕਦੇ ਧਿਆਨ ਦੇ ਨਾਲ ਇਸ ਗੱਲ ਨੂੰ ਵਿਚਾਰਿਆ ਨਹੀਂ, ਆਪਣੀ ਸੋਚ ਮੰਡਲ ਵਿੱਚ ਨਹੀਂ ਲੈ ਕੇ ਗਏ ਕਿ ਆਖਰ ਇੰਨੇ ਚਿਰ ਤੋਂ ਜਿਹੜਾ ਆਮ ਸਟੇਜਾਂ ਤੋਂ ਐਲਾਨ ਕੀਰਤਨ ਵਿੱਚ ਕਥਾ ਵਾਚਕਾਂ ਤੋਂ ਸੁਣਦੇ ਆ ਰਹੇ ਹਾਂ ਕਿ ਰੱਬੀ ਗੁਣਾਂ ਤੋਂ ਬਗੈਰ ਜੀਵਨ ਸਫਲ ਨਹੀਂ ਹੋ ਸਕਦਾ, ਤੇ ਰੱਬੀ ਗੁਣ ਆਉਣਗੇ ਕਿੱਥੋਂ? ਘਰ ਬੈਠੇ ਦੇ ਪੈਰੋਂ ਰੱਬੀ ਗੁਣ ਕਦੇ ਮਿਲੇ ਨਹੀਂ ਅੱਜ ਤੱਕ, ਕਿਸੇ ਨੂੰ ਨਹੀਂ ਮਿਲੇ ਅੱਜ ਤੱਕ। ਰੱਬੀ ਗੁਣ ਪ੍ਰਾਪਤ ਕਰਨ ਵਾਸਤੇ ਸਾਨੂੰ ਗੁਰੂ ਦੀ ਲੋੜ, ਬਹੁਤ ਜ਼ਿਆਦਾ ਲੋੜ। ਦੁਨਿਆਵੀ ਜਿਸ ਤਰ੍ਹਾਂ ਵਿੱਦਿਆ ਪੜ੍ਹਨੀ ਹੈ ਤੇ ਸਾਨੂੰ ਸਕੂਲ ਕਾਲਜ ਵਿੱਚ ਜਾਣਾ ਜ਼ਰੂਰੀ, ਮਾਸਟਰ ਕੋਲ ਪੜ੍ਹਨਾ ਜ਼ਰੂਰੀ, ਤੇ ਜੇ ਅਸੀਂ ਸਕੂਲ ਕਾਲਜ ਵਿੱਚ ਜਾ ਹੀ ਨਾ ਸਕੇ, ਮਾਸਟਰ ਦੇ ਕੋਲੋਂ ਵਿੱਦਿਆ ਪੜ੍ਹ ਹੀ ਨਾ ਸਕੇ, ਤੇ ਸੱਚ ਜਾਣਿਓ ਇਸ ਸੰਸਾਰ ਦੀ ਜਿਹੜੀ ਪੜ੍ਹਾਈ ਦੀਆਂ ਡਿਗਰੀਆਂ ਨਾ, ਇਹ ਪ੍ਰਾਪਤ ਨਹੀਂ ਹੋ ਸਕਦੀਆਂ, ਨਾ ਹੀ ਸੰਸਾਰ ਦਾ ਗਿਆਨ ਪ੍ਰਾਪਤ ਹੋ ਸਕਦਾ। ਦੁਨਿਆਵੀ ਗੁਰੂ ਜਿਹੜਾ ਹੈ, ਮਾਸਟਰ ਜਿਹਨੂੰ ਅਸੀਂ ਕਹਿ ਦਈਏ, ਉਸਤਾਦ ਕਹਿ ਦਈਏ, ਉਹ ਤੋਂ ਕੇਵਲ ਤੇ ਕੇਵਲ ਸੰਸਾਰ ਦੀ ਪੜ੍ਹਾਈ ਸਾਡੇ ਜੀਵਨ ਨੂੰ ਕਿਸ ਤਰ੍ਹਾਂ ਸੁਖਾਲਾ ਬਣਾਇਆ ਜਾ ਸਕਦਾ ਹੈ, ਕੇਵਲ ਇਹੋ ਜਿਹੀਆਂ ਗੱਲਾਂ ਸਿੱਖ ਸਕਦੇ। ਆਪਣੇ ਜੀਵਨ ਨੂੰ ਸਹੀ ਢੰਗ ਨਾਲ ਚਲਾਉਣਾ, ਧੰਦਾ ਕਰਨਾ, ਪੈਸੇ ਕਮਾਉਣੇ, ਇਹ ਦੁਨਿਆਵੀ ਵਿੱਦਿਆ ਸਿਖਾਉਂਦੀ, ਦੁਨਿਆਵੀ ਮਾਸਟਰ ਤੋਂ ਪਤਾ ਲੱਗਦਾ। ਉਹਨੂੰ ਅਸੀਂ ਭਾਵੇਂ ਗੁਰੂ ਕਹਿ ਦਈਏ, ਭਾਵੇਂ ਉਸਤਾਦ ਕਹਿ ਦਈਏ, ਭਾਵੇਂ ਮਾਸਟਰ ਕਹਿ ਦਈਏ, ਸੰਬੋਧਨ ਕਰਕੇ ਸਭ ਕਹਿਣਾ ਨਾ। ਲੇਕਿਨ ਰੱਬੀ ਗੁਣਾਂ ਦੀ ਜਿਹੜੀ ਪੜ੍ਹਾਈ ਹੈ, ਉਹ ਤਾਂ ਪੂਰਨ ਗੁਰੂ ਤੋਂ ਬਗੈਰ ਨਹੀਂ ਪ੍ਰਾਪਤ ਹੋ ਸਕਦੀ। ਹੁਣ ਪੂਰਨ ਕਹੋਗੇ, ਪੂਰਨ ਸ਼ਬਦ ਹੈ ਜਿਸ ਗੁਰੂ ਦੇ ਵਿੱਚ ਕੋਈ ਕਮੀ ਨਾ ਹੋਵੇ। ਸੰਸਾਰ ਵਿੱਚ ਅਸੀਂ ਦੇਖਿਆ, ਅਧੂਰੇ ਗੁਰੂਆਂ ਵਿੱਚ ਅਨੇਕਾਂ ਕਿਤੇ ਨਾ ਕਿਤੇ ਜਾ ਕੇ ਕਮੀਆਂ ਆ ਜਾਂਦੀਆਂ, ਅਨੇਕਾਂ ਕਿਤੇ ਨਾ ਕਿਤੇ ਜਾ ਕੇ ਕਮੀਆਂ ਆ ਜਾਂਦੀਆਂ। ਉੱਥੋਂ ਜਾ ਕੇ ਫਿਰ ਹਰ ਜੀਵ ਦਾ ਵਿਸ਼ਵਾਸ ਟੁੱਟ ਜਾਂਦਾ ਹੈ। ਜਿਸ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਦੀਆਂ ਆਪਾਂ ਕਥਾ ਕਹਾਣੀਆਂ ਵਿਚਾਰਾਂ ਕਰਦੇ ਹਾਂ, ਕੇਵਲ ਪੂਰਨ ਗੁਰੂ ਅਸੀਂ ਕਹਿ ਸਕਦੇ ਹਾਂ। ਉਹਨਾਂ ਦੀਆਂ 10 ਜੋਤਾਂ, 10 ਜਾਮੇ ਪੂਰਨ ਕਹਿ ਸਕਦੇ ਹਾਂ। ਜਿੰਨੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਬੈਠੇ ਨੇ, ਭੱਟ ਬੈਠੇ, ਪੂਰਨ ਕਹਿ ਸਕਦੇ ਹਾਂ। ਅੱਜ ਤੱਕ ਸੰਸਾਰ ਦਾ ਕੋਈ ਬੰਦਾ, ਕੋਈ ਵਿਦਵਾਨ, ਚਾਹੇ ਉਹ ਦੁਨਿਆਵੀ ਵਿਦਵਾਨ ਹੋਵੇ, ਚਾਹੇ ਉਹ ਸਾਇੰਸ ਵੱਲੋਂ ਵਿਦਵਾਨ ਹੋਵੇ, ਸਿਆਣਾ ਹੋਵੇ, ਅੱਜ ਤੱਕ ਕਿਸੇ ਸ਼ਬਦ ਤੇ ਗੁਰੂ ਦੇ ਉਂਗਲ ਨਹੀਂ ਕਰ ਸਕੇ।
ਇਹਦਾ ਨਾਂ ਹੈ ਪੂਰਾ ਗੁਰੂ। ਜਿਹਦੇ ਵੱਲ ਕਦੇ ਉਂਗਲ ਹੋ ਹੀ ਨਾ ਸਕੇ, ਉਸ ਗੁਰੂ ਦੀਆਂ ਪੈਰੋਂ ਆਪਾਂ ਕਥਾ ਕਹਾਣੀਆਂ ਕਰ ਰਹੇ। ਹੁਣ ਇਹ ਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਸਿੱਧਾਂ ਤੋਂ ਹੁੰਦੇ ਹੋਏ ਆਪਾਂ ਗੱਲ ਕਰ ਰਹੇ ਸੀ ਕਿ ਪ੍ਰਹਲਾਦ ਦੇ ਕੋਲ ਗਏ। ਪ੍ਰਹਲਾਦ ਨੂੰ ਮਿਲਣ ਵਾਸਤੇ ਗਏ। ਦੇਖੋ, ਪ੍ਰਹਲਾਦ ਇਹ ਨਹੀਂ ਕਿ ਛੋਟਾ ਮੋਟਾ ਭਗਤ ਸੀਗਾ। ਜੇ ਅਸੀਂ ਇੱਦਾਂ ਕਹਿ ਲਈਏ ਨਾ ਵੀ ਭਗਤਾਂ ਵਿੱਚੋਂ ਭਗਤ, ਤੇ ਕੋਈ ਸ਼ੱਕ ਵਾਲੀ ਗੱਲ ਨਹੀਂ ਰਹਿ ਸਕਦੀ। ਕਿਉਂਕਿ ਉਦਾਹਰਣ ਬੜੇ ਸੰਸਾਰ ਵਿੱਚ, ਭਾਵੇਂ ਉਦਾਹਰਣ ਸਾਰੇ ਹੀ ਬੜੇ ਭਗਤ, ਭਗਤਾਂ ਆਪੋ ਆਪਣੇ ਸਮੇਂ ਵਿੱਚ ਸਾਰੇ ਭਗਤਾਂ ਨੇ ਯੋਗਦਾਨ ਪਾਇਆ ਸੰਸਾਰ ਦਾ ਭਲਾ ਕਰਨ ਵਾਸਤੇ, ਸੰਸਾਰ 'ਚ ਰੱਬੀ ਗੁਣ ਵੰਡਣ ਵਾਸਤੇ। ਇਹ ਗੱਲ ਵੱਖਰੀ ਹੈ, ਕੋਈ ਲੈ ਸਕਿਆ ਕੋਈ ਨਹੀਂ ਲੈ ਸਕਿਆ ਮੌਕੇ 'ਤੇ। ਅਤੇ ਇੱਕ ਗੱਲ ਤਾਂ ਬਹੁਤ ਵਿਚਾਰਨ ਵਾਲੀ ਆ ਕਿ ਜਦੋਂ ਵੀ ਕੋਈ ਸੰਸਾਰ 'ਤੇ ਗੁਰੂ ਪੀਰ ਆਉਂਦਾ ਨਾ, ਜੀਂਦੇ ਜੀ ਤਨ ਹੁੰਦਿਆਂ ਹੋਇਆਂ ਬਹੁਤ ਘੱਟ ਲੋਕ ਲਾਭ ਲੈ ਸਕਦੇ ਉਹਨਾਂ ਤੋਂ, ਬਹੁਤ ਘੱਟ ਲੋਕ। ਕਿਉਂ? ਅਸੀਂ ਸਮਝ ਲੈਂਦੇ ਜਿਸ ਤਰ੍ਹਾਂ ਦੇ ਅਸੀਂ ਆਦਮੀ ਹਾਂ, ਤਾਂ ਇਹ ਆਦਮੀ ਹਾਂ। ਪੰਜ ਭੂਤਕ ਦਾ ਸਾਡਾ ਸਰੀਰ ਆ, ਪੰਜ ਭੂਤਕ ਦਾ ਇਹਦਾ ਸਰੀਰ ਹੈ। ਸਰੀਰ ਵਿੱਚ ਫਰਕ ਹੈ ਪਿਆਰਿਓ। ਆਪਾਂ ਇੱਕ ਦਿਨ ਰੋਮਾਂ ਦੀ ਗੱਲ ਕਰ ਰਹੇ ਸੀਗੇ ਵੀ ਸਾਡੇ ਅੱਖਾਂ ਦੇ ਪਰਵੱਟੇ ਵੀ ਵਾਲ ਆ, ਸਾਡੇ ਦਾੜੀ ਦੇ ਵਾਲ ਆ, ਸਾਡੇ ਸਿਰ ਦੇ ਵੀ ਕੇਸ ਆ। ਇਹ ਕਿਉਂ ਵੱਧਦੇ ਆ? ਪਰਵੱਟੇ ਕਿਉਂ ਨਹੀਂ ਸਾਡੇ ਵੱਧਦੇ? ਖੂਨ ਹੈ ਨਾ, ਖੂਨ ਉਹਦੇ ਵਿੱਚ ਵੀ ਚੱਲ ਰਿਹਾ, ਖੂਨ ਉਹਨਾਂ ਵਿੱਚ ਵੀ ਚੱਲ ਰਿਹਾ ਹੈ। ਇੱਕ ਖੂਨ ਕਾਰਨ ਵੱਧ ਰਹੇ ਨੇ, ਇਹ ਖੂਨ ਕਰਕੇ ਰੁਕ ਗਏ। ਖੂਨ 'ਚ ਫਰਕ ਹੋ ਗਿਆ ਨਾ। ਉਪਦੇਸ਼ ਸਾਰੇ ਗੁਰੂਆਂ ਨੇ ਦਿੱਤਾ, ਜਿੰਨੇ ਅਧੂਰੇ ਆਏ ਭਾਵੇਂ ਪੂਰੇ ਆਏ, ਉਪਦੇਸ਼ ਸਭ ਨੇ ਦਿੱਤਾ। ਕਿਸੇ ਦਾ ਉਪਦੇਸ਼ ਜਿਹੜਾ ਸੀ ਉਹ ਨਿਰੰਕਾਰ ਤੱਕ ਲੈ ਗਿਆ, ਤੇ ਕਿਸੇ ਦਾ ਉਪਦੇਸ਼ ਜਿਹੜਾ ਸੀ ਉਹ ਸੰਸਾਰ ਤੱਕ ਹੀ ਰਹਿ ਗਿਆ, ਜਾ ਨਹੀਂ ਸਕਿਆ। ਧੰਨ ਗੁਰੂ ਨਾਨਕ ਸਾਹਿਬ ਜੀ ਸੰਸਾਰ ਵਿੱਚ ਜਿੰਨਾ ਚਿਰ ਵਿਚਰੇ ਸੀ ਕਰਕੇ, ਤੋ ਰੱਬ ਦੇ ਪਿਆਰਿਆਂ ਨੂੰ ਹੀ ਮਿਲਦੇ ਰਹੇ, ਜਾਂ ਹੰਕਾਰੀਆਂ ਨੂੰ ਤਾਂ ਜਾਂ ਰੱਬ ਦੇ ਪਿਆਰਿਆਂ ਨੂੰ। ਹੰਕਾਰੀਆਂ ਨੂੰ ਉਪਦੇਸ਼ ਦੇ ਕੇ ਰੱਬ ਦੇ ਰਾਹ 'ਤੇ ਤੋਰਿਆ, ਤੇ ਜਿਹੜੇ ਰੱਬ ਦੇ ਪਿਆਰੇ ਸੀਗੇ, ਜੇ ਕੋਈ ਰਾਹ ਵਿੱਚ ਰਹਿ ਗਿਆ, ਉਹਨੂੰ ਅੱਗੇ ਤੋੜਨ ਦਾ ਯਤਨ ਕੀਤਾ ਕਿ ਇੱਥੇ ਨਾ ਰੁਕ, ਇੱਥੇ ਰੁਕਿਆ ਗੱਲ ਨਹੀਂ ਬਣਨੀ। ਤੇਰੀ ਜਿਹੜੀ ਮੰਜ਼ਿਲ ਹੈ ਇੱਥੋਂ ਤੱਕ ਨਹੀਂ ਸੀਗੀ, ਤੇਰੀ ਮੰਜ਼ਿਲ ਜਿਹੜੀ ਹੈ ਉਹ ਨਿਰੰਕਾਰ ਤੱਕ ਪਹੁੰਚਣ ਦੀ ਸੀ। ਹੁਣ ਆਪਾਂ ਉਦਾਹਰਨ ਦੇ ਨਾਲ ਥੋੜ੍ਹਾ ਸਿੱਧ ਕਰਨ ਦਾ ਯਤਨ ਕਰੀਏ। ਕੌਣ ਸੀ ਪ੍ਰਹਲਾਦ? ਹਰਨਾਕਸ਼ ਦਾ ਪੁੱਤਰ। ਹਰਨਾਕਸ਼ ਕੌਣ ਸੀ? ਕਿਉਂਕਿ ਗੱਲ ਮੁੜ ਤੋਂ ਆਪਾਂ ਕਰਾਂਗੇ ਤਾਂ ਗੱਲ ਬਣੂ ਨਾ, ਤਾਂ ਸਮਝ ਵਿੱਚ ਆਊ। ਹਰਨਾਕਸ਼ ਦਾ ਜਿਹੜਾ ਭਰਾ ਸੀ ਨਾ, ਉਹ ਦੇਵਤਿਆਂ ਤੇ ਰਾਖਸ਼ਾਂ ਦਾ ਜਦੋਂ ਯੁੱਧ ਹੋਇਆ ਨਾ, ਰਾਖਸ਼ਾਂ ਦਾ ਤਾਂ ਦੇਵਤਿਆਂ ਦਾ ਜਦੋਂ ਯੁੱਧ ਹੋਇਆ, ਉਸ ਵਿੱਚ ਸਮੁੰਦਰ ਜਿਹਨੂੰ ਆਪਾਂ ਕਹਿੰਦੇ ਰਿੜਕਿਆ, ਤੇ 14 ਰਤਨ ਨਿਕਲੇ। ਯੁੱਧ ਹੋਇਆ, ਬਹੁਤ ਭਿਅੰਕਰ ਯੁੱਧ ਹੋਇਆ। ਹਰਨਾਕਸ਼ ਦਾ ਭਰਾ ਜਿਹੜਾ ਵੱਡਾ ਸੀ ਉਹ ਮਾਰਿਆ ਗਿਆ। ਵਿਸ਼ਨੂੰ ਦੇ ਹੱਥੋਂ ਮਾਰਿਆ ਗਿਆ। ਉੱਥੋਂ ਦੇ ਮਨ ਵਿੱਚ ਹੋਇਆ ਵੀ ਮੈਂ ਬਦਲਾ ਲੈਣਾ।
ਇਹਨੇ ਇੰਨੀ ਜ਼ਿਆਦਾ ਭਗਤੀ ਕੀਤੀ, ਬਹੁਤ ਬੇਅੰਤ ਕਠਿਨ ਤਪ ਕੀਤਾ ਨੇ। ਤੇ ਕੀਤਾ ਕਿਹਦਾ? ਬ੍ਰਹਮਾ ਦਾ। ਤਿੰਨ ਦੇਵਤੇ ਆ ਨਾ, ਬ੍ਰਹਮਾ, ਵਿਸ਼ਨੂੰ ਤੇ ਸ਼ਿਵ। ਬ੍ਰਹਮਾ ਦੇਵਤੇ ਦਾ ਇਹਨੇ ਜਿਹੜਾ ਸੀ ਨਾ ਤਪ ਕੀਤਾ, ਉਹਦੇ ਨਾਮ ਤੇ ਬੈਠ ਕੇ ਤਪ ਕੀਤਾ। ਦੇਵਤਾ ਕੀ, ਥੋੜ੍ਹਾ ਜਿਹਾ ਆਪਾਂ ਇਹਦੀ ਸਮਝ ਲਈ ਇਸ ਗੱਲ ਨੂੰ। ਦੇਵਤਾ ਪਿਆਰਿਓ ਰਾਹ 'ਚ ਰੁਕਿਆ ਹੋਇਆ ਇੱਕ ਸਰੀਰ, ਰਾਹ 'ਚ ਰੁਕਿਆ ਹੋਇਆ ਇੱਕ ਸਰੀਰ। ਭਗਤੀ ਕੀਤੀ, ਰੱਜ ਕੇ ਭਗਤੀ ਕੀਤੀ। ਆਪਾਂ ਵਿਚਾਰ ਕਰ ਰਹੇ ਵੀ ਗੁਰੂ ਨਾਨਕ ਸਾਹਿਬ ਜਿਹੜੇ ਰਸਤੇ ਵਿੱਚ ਰਹਿ ਗਏ, ਉਹਨਾਂ ਨੂੰ ਅੱਗੇ ਤੋੜਨ ਵਾਸਤੇ ਆਏ, ਉਹਨਾਂ ਕੋਲ ਪਹੁੰਚੇ ਵੀ ਅੱਗੇ ਤੇਰੀ ਮੰਜ਼ਿਲ ਨਹੀਂ, ਹੋਰ ਅੱਗੇ ਤੇਰੀ ਮੰਜ਼ਿਲ ਆ। ਦੇਵਤਿਆਂ ਤੋਂ, ਜਿਨ੍ਹਾਂ ਨੂੰ ਅਸੀਂ ਦੇਵਤੇ ਕਹਿੰਦੇ ਹਾਂ, ਉਹਨਾਂ ਦੇਵਤਿਆਂ ਦੀ ਮੰਜ਼ਿਲ ਅਧੂਰੀ ਰਹਿ ਗਈ, ਪਹੁੰਚ ਨਹੀਂ ਸਕੇ। ਉਹਨਾਂ ਕੋਲ ਹੁਣ ਤਨ ਨਹੀਂ, ਮਨ ਹੈਗਾ। ਇੱਕ ਸਿਰਫ ਪੰਜ ਭੂਤ ਸਾਡਾ ਸਰੀਰ ਹੈ ਨਾ, ਇਹ ਨਹੀਂ ਹੈਗਾ, ਮਨ ਹੈਗਾ ਉਹਨਾਂ ਕੋਲ। ਉਹ ਮਨ ਨਾਲ ਸਭ ਕੁਝ ਕਰ ਸਕਦੇ, ਔਰ ਆਪਣੀ ਭਗਤੀ ਦੇ ਨਾਲ ਕਿਸੇ ਨੂੰ ਵਰ ਦੇ ਸਕਦੇ ਆ ਅੱਜ ਵੀ, ਤੇ ਕਿਸੇ ਨੂੰ ਸ਼ਰਾਪ ਵੀ ਦੇ ਸਕਦੇ। ਇਹਦੇ ਕੀ ਉਦੋਂ ਦਿੰਦੇ ਸੀ, ਅੱਜ ਵੀ। ਅੱਜ ਸ਼ਰਾਪ ਕੀ ਆ? ਕਿਸੇ ਨਾਲ ਨਾਰਾਜ਼ ਹੋ ਜਾਣਾ, ਉਹਨੂੰ ਮਿੱਟੀ 'ਚ ਮਿਲਾ ਦੇਣਾ, ਅਤੇ ਕਿਸੇ ਨਾਲ ਕਿਸੇ ਦੇ ਖੁਸ਼ ਹੋ ਜਾਣਾ, ਉਹਦੀ ਭਗਤ ਦੁਆਰਾ ਉਹਨੂੰ ਅਸਮਾਨ 'ਤੇ ਚੜ੍ਹਾ ਦੇਣਾ। ਅੱਜ ਤੱਕ ਵੀ ਚੱਲ ਰਹੀ ਕਿਰੀ ਹੈ। ਅੱਜ ਤੱਕ ਵੀ ਮੰਗਾਂ ਪੂਰੀਆਂ ਹੁੰਦੀਆਂ ਦੇਵਤਿਆਂ ਕੋਲੋਂ। ਜਿੱਥੇ ਦੇਵਤੇ ਖੁਸ਼ ਹੋ ਜਾਂਦੇ ਨੇ, ਉਹਨਾਂ ਨੂੰ ਤਾਰ ਦਿੰਦੇ ਨੇ, ਜਿਨ੍ਹਾਂ 'ਤੇ ਨਾਰਾਜ਼ ਹੁੰਦੇ ਉਹਨੂੰ ਡੋਬ ਦਿੰਦੇ ਨੇ। ਦੇਵਤਿਆਂ ਦੀ ਭਗਤੀ ਕਰਦੇ ਸੀ ਸ਼ਕਤੀ ਪ੍ਰਾਪਤ ਕਰਨ ਵਾਸਤੇ, ਵੀ ਮੇਰੇ ਵੀ ਸ਼ਕਤੀ ਪ੍ਰਾਪਤ ਹੋ ਜਾਏ। ਕੋਈ ਨਾ ਕੋਈ ਉਹਦੇ ਪਿੱਛੇ ਮੰਗ ਰੱਖੀ ਜਾਂਦੀ ਸੀ। ਭਗਤੀ ਕਰਨ ਵਾਲਾ ਕੋਈ ਨਾ ਕੋਈ ਉਹਦੇ ਪਿੱਛੇ ਮੰਗ ਕਰਦਾ ਸੀ ਕਿ ਮੈਂ ਆਹ ਕੰਮ ਕਰਨਾ ਹੈ। ਹੁਣ ਇਹ ਭਰਾ ਮਰ ਗਿਆ ਤੇ ਇਹਨੇ ਸੋਚਿਆ ਵੀ ਮੈਂ ਨਾ ਮਰਾਂ, ਹਰਦਾਸ ਨੇ, ਤੇ ਬ੍ਰਹਮਾ ਦੀ ਭਗਤੀ ਕੀਤੀ। ਭਗਤੀ ਕਰਕੇ ਪਿਆਰੋ ਬ੍ਰਹਮਾ ਦੇ ਕੋਲੋਂ ਜਦੋਂ ਬ੍ਰਹਮਾ ਖੁਸ਼ ਹੋ ਗਿਆ ਨਾ ਦੀ ਭਗਤੀ ਤੇ, ਹਰਦਾਸ ਦੀ ਤੇ ਕਹਿਣ ਲੱਗਾ ਵੀ ਮੈਂ ਤੇਰੀ ਭਗਤੀ ਤੇ ਖੁਸ਼ ਹਾਂ, ਮੰਗ ਕੀ ਮੰਗਦਾ। ਹੁਣ ਜਿਸ ਕਾਰਨ ਵਾਸਤੇ ਬੈਠਾ ਹੈ, ਕਿਉਂਕਿ ਹਰ ਬੰਦੇ ਦਾ ਮਨੋਰਥ ਹੁੰਦਾ, ਕੋਈ ਨਾ ਕੋਈ ਸੇਵਾ ਕਰਦਾ ਤਾਂ ਮਨੋਰਥ ਆ, ਕੋਈ ਭਗਤੀ ਕਰਦਾ ਤਾਂ ਮਨੋਰਥ ਆ, ਕੋਈ ਦਾਨ ਪੁੰਨ ਕਰਦਾ ਤਾਂ ਮਨੋਰਥ ਆ। ਹਰ ਕੰਮ ਦੇ ਪਿੱਛੇ ਕੋਈ ਨਾ ਕੋਈ ਮਨੋਰਥ, ਸਵਾਰਥ ਜ਼ਰੂਰ ਹੁੰਦਾ ਹੈ। ਤੇ ਵਰ ਮੰਗ ਲੈ 10, ਤੇ ਬ੍ਰਹਮਾ ਨੇ ਖੁਸ਼ ਹੋ ਕੇ ਦੇ ਦਿੱਤੇ। ਕਿਹੜੇ ਸੀ ਉਹ 10 ਵਾਰ? ਕਿਉਂਕਿ ਮੌਤ ਕਾਰਨ ਬੈਠਾ ਸੀ ਵੀ ਮੈਂ ਮਰਾਂ ਨਾ, ਤੇ ਇਹਨੇ ਉਹੋ ਜਿਹੇ ਵਾਰੇ ਮੰਗਣੇ ਸੀ ਨਾ। ਇਹਨੇ ਕਿਹਾ ਮੈਂ ਨਾ ਦਿਨ 'ਚ ਮਰਾਂ ਤੇ ਨਾ ਰਾਤ ਨੂੰ ਮਰਾਂ, ਨਾ ਦਿਨ 'ਚ ਮਰਾਂ ਨਾ ਰਾਤ ਨੂੰ ਮਰਾਂ। ਹੁਣ ਮਰਦਾ ਜਾਂ ਦਿਨ ਨੂੰ ਹੈ ਜਾਂ ਰਾਤ ਨੂੰ ਹੀ ਹੈ। ਜਾਂ ਰਾਤ ਦਾ ਸਮਾਂ ਹੁੰਦਾ ਜਾਂ ਦਿਨ ਦਾ ਸਮਾਂ ਜਦੋਂ ਮਰਦਾ ਹੈ। ਮੰਗਣ ਦਾ ਤਰੀਕਾ ਨਾ ਅੰਦਰ ਨਾ ਬਾਹਰ। ਹੁਣ ਆਪਾਂ ਦੇਖਦੇ ਜਾਂ ਬੰਦੇ ਦੀ ਮੌਤ ਅੰਦਰ ਹੁੰਦੀ ਆ ਜਾਂ ਬਾਹਰ ਹੁੰਦੀ। 4 ਵਾਰ ਹੋ ਗਏ। ਫਿਰ ਨਾ ਕਹਿੰਦਾ ਜ਼ਮੀਨ 'ਤੇ ਮਰਾਂ, ਕਿਉਂਕਿ ਬੰਦਾ ਹੁਣ ਜ਼ਮੀਨ 'ਤੇ ਮਰਦਾ। ਜੇ ਮੰਜੇ 'ਤੇ ਮਰੂਗਾ ਤਾਂ ਵੀ ਜ਼ਮੀਨ 'ਤੇ ਹੀ ਆ ਮੰਜਾ। ਕਹਿੰਦੇ ਨਾ ਜ਼ਮੀਨ 'ਤੇ ਮਰਾਂ ਨਾ ਆਕਾਸ਼ ਵਿੱਚ ਮਰਾਂ। ਤੇ 7ਵਾਂ ਵਾਰ ਮੰਗਿਆ ਨਾ ਅਸਤਰ ਤੋਂ ਮਰਾਂ ਨਾ ਸ਼ਸਤਰ ਤੋਂ ਮਰਾਂ।
ਸ਼ਾਸਤਰ ਕਹਿੰਦੇ ਪਿਆਰਿਓ, ਜਿਹੜਾ ਆਪਾਂ ਤਲਵਾਰ, ਬਰਛਾ ਇਹ ਵਰਤੇ ਨਾ ਕਿਸੇ ਨੂੰ ਮਾਰਨ ਵਾਸਤੇ, ਇਹਨੂੰ ਸ਼ਸਤਰ ਕਹਿੰਦੇ ਆ। ਜਿੱਦਾਂ ਆਪਾਂ ਗਲ ਕਿਰਪਾਨ ਪਾ ਲੈਂਦੇ ਹਾਂ, ਇਹਨੂੰ ਸ਼ਸਤਰ ਕਹਿੰਦੇ ਆ। ਅਸਤਰ ਥੋੜ੍ਹਾ ਗੰਭੀਰ ਸ਼ਬਦ ਆ, ਅਸਤਰ ਥੋੜ੍ਹਾ ਜਿਹਾ ਗੰਭੀਰ ਸ਼ਬਦ ਆ। ਅਸਤਰ ਹੁੰਦਾ, ਜਿਸ ਤਰ੍ਹਾਂ ਦੇਵਤੇ ਸੀ ਨਾ, ਤੇ ਦੇਵਤਿਆਂ ਦੀ ਆਪਸ ਵਿੱਚ ਲੜਾਈ ਹੁੰਦੀ ਸੀ, ਜਾਂ ਦੇਵਤਿਆਂ ਦੀ ਰਾਖਸ਼ਾਂ ਦੀ ਲੜਾਈ ਹੁੰਦੀ, ਤੇ ਇਹਨਾਂ ਕੋਲ ਸ਼ਕਤੀ ਆ ਜਾਂਦੀ ਆਪਣੇ ਭਗਤੀ ਦੇ ਕਾਰਨ, ਤੇ ਇਹ ਵਰ ਦੇਵਤਿਆਂ ਤੋਂ ਲੈ ਕੇ ਤੇ ਕੋਈ ਨਾ ਕੋਈ ਵਚਨ ਲੈ ਲੈਂਦੇ ਵੀ ਤੂੰ ਮੂੰਹ ਵਿੱਚੋਂ ਮੀਂਹ ਪਵਾ ਸਕਦਾ ਹੈ, ਮੂੰਹ ਵਿੱਚੋਂ ਪਾਪ ਕੱਢੇਗਾ ਨਾ ਤੇ ਮੀਂਹ ਪੈ ਜਾਊਗਾ, ਲੋਕ ਡੁੱਬਣ 'ਤੇ ਆ ਜਾਣਗੇ। ਹੁਣ ਮੀਂਹ ਨੂੰ ਰੋਕ ਕੌਣ ਸਕਦਾ ਪਿਆਰਿਓ? ਹਵਾ ਰੋਕ ਸਕਦੀ? ਉਲਟ ਹਵਾ ਹੋ ਜਿੱਦਾਂ, ਜੇ ਅਸੀਂ ਮੰਨ ਲਓ ਸਾਡੇ ਮੂੰਹ 'ਚੋਂ ਸਾਹ ਕੱਢਿਆ ਤੇ ਬਾਹਰ ਆ ਗਿਆ ਨਾ, ਤੇ ਜੇ ਤੇਜ਼ ਹਵਾ ਆਊਗੀ ਤੇ ਸਾਡੇ ਮੂੰਹ ਤੱਕ, ਬੁੱਲਾਂ ਤੱਕ ਹੀ ਰਹਿ ਜਾਊਗਾ, ਦੂਰ ਨਹੀਂ ਜਾ ਸਕੋ। ਉਹਦਾ 13-14 ਉਂਗਲ ਤੱਕ ਚਲੇ ਜੂ ਸਾਹ ਸਾਡਾ। ਫਰਕ ਹੈ ਨਾ। ਉਹ ਸ਼ਕਤੀਆਂ ਵਾਲੇ ਸਾਹ ਜਿਹੜੇ ਸੀ, ਇਸ ਤਰ੍ਹਾਂ ਦੇ ਜਿਹੜੇ ਨਾ, ਹੁਣ ਅਗਨਬਾਣ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਉਹ ਇਹੋ ਜਿਹੇ ਮੂੰਹ ਦੇ ਵਿੱਚੋਂ ਕੱਢ ਕੇ ਸੁੱਟਦੇ ਬਾਹਰ ਚੀਜ਼ਾਂ, ਅੱਗ ਬਰਸਾਉਂਦੇ ਬਾਹਰ ਮੂੰਹ ਵਿੱਚੋਂ ਕੱਢ ਕੇ। ਜਾਂ ਮਿਲਿਆ ਹੁੰਦਾ ਵੀ ਹੱਥ ਵਿੱਚੋਂ ਤਾਕਤ ਕੋਈ ਨਿਕਲੂਗੀ ਇਹੋ ਜਿਹੀ, ਉਹਦੇ ਸ਼ਸਤਰ ਬਣ ਜਾਣਗੇ, ਚੱਕਰ ਬਣ ਜਾਣਗੇ। ਜਿੱਦਾਂ ਵਿਸ਼ਨੂੰ ਦੇ ਸਿਰ 'ਤੇ ਦੇਖਿਆ ਹੋਊਗਾ, ਭਗਵਾਨ ਕ੍ਰਿਸ਼ਨ ਦੇ ਕੋਲ ਚੱਕਰ ਹੱਥ 'ਤੇ ਦੇਖਿਆ ਹੋਊਗਾ, ਤੇ ਤੁਸੀਂ ਇਹ ਚੱਕਰ ਉਂਗਲ 'ਤੇ ਰੱਖਿਆ, ਉਂਗਲ 'ਤੇ ਕਿੰਨਾ ਘੁੰਮ ਜਾਊਗਾ, ਪਰ ਜਦੋਂ ਘੁਮਾਉਣਾ ਚਾਹੁੰਦਾ ਸੀ ਉਦੋਂ ਸਾਰੇ ਸੰਸਾਰ 'ਚ ਘੁੰਮ ਸਕਦਾ ਸੀ, ਜਿੰਨਾ ਬੰਦੇ ਨੂੰ ਮਰਜ਼ੀ ਮਾਰ ਸਕਦਾ ਸੀ ਉਹ ਚੱਕਰ। ਗੱਜ ਦੇ ਪੈਰ ਕੱਟੇ ਤੰਦੂਏ ਦੇ, ਗੱਜ ਜੋ ਫੜਿਆ ਸੀਗਾ, ਤੇ ਕੀ ਉਹ ਪਾਣੀ ਵਿੱਚ ਜਾ ਕਿੰਨੇ ਤੰਦੂਏ ਦੇ ਪੈਰ ਕੱਟੇ? ਉਹ ਵਿਸ਼ਨੂੰ ਦੇ ਚੱਕਰ ਦੇ ਕੱਟੇ ਸੀ। ਇਹਨਾਂ ਚੀਜ਼ਾਂ ਨੂੰ ਜਿਹੜੀਆਂ ਦੂਰ ਵਗਾ ਕੇ ਚੀਜ਼ਾਂ ਸੁੱਟੀਆਂ ਜਾਂਦੀਆਂ, ਉਹਦੇ ਨਾਲ ਪ੍ਰਹਾਰ ਕੀਤਾ ਜਾਂਦਾ, ਉਹਦੇ ਨਾਲ ਹਮਲਾ ਕੀਤਾ ਜਾਂਦਾ, ਉਹਨਾਂ ਨੂੰ ਅਸਤਰ ਸ਼ਬਦ ਕਹਿੰਦੇ ਆ। ਕਹਿੰਦੇ ਨਾ ਇਹੋ ਜਿਹੀਆਂ ਚੀਜ਼ਾਂ ਨਾਲ ਮੈਂ ਮਰਾਂ, ਅਸਤਰਾਂ ਦੇ ਨਾਲ, ਨਾ ਸ਼ਸਤਰ ਨਾਲ, ਕਿਰਪਾਨ ਬਰਛੇ ਵਗੈਰਾ ਨਾਲ ਮੈਂ ਮਰਾਂ। ਤੇ 9ਵਾਂ ਵਰ ਮੰਗਿਆ, ਨਾ ਜਾਨਵਰ ਤੋਂ ਮਰਾਂ, ਤੇ 10ਵਾਂ ਵਰ ਸੀ, ਨਾ ਮਨੁੱਖ ਤੋਂ ਮਰਾਂ। ਹੁਣ ਆਪਾਂ ਦੇਖਦੇ ਹਾਂ ਕਈ ਵਾਰ ਕੁੱਤਾ ਵੜ ਜਾਂਦਾ ਹੈ, ਹਲਕਾ ਮਰ ਜਾਂਦਾ ਜੀਵ। ਕਈ ਨਾ ਕੋਈ ਜ਼ਿਆਦਾ ਅੜਬ ਪਸ਼ੂ ਹੁੰਦਾ, ਉਹ ਮਾਰ ਦਿੰਦਾ ਬੰਦੇ ਨੂੰ। ਜਿੱਦਾਂ ਸ਼ੇਰ ਭਿਆਨਕ ਜਾਨਵਰ ਆ, ਉਹ ਮਾਰ ਦਿੰਦਾ ਬੰਦੇ ਨੂੰ। ਕਹਿੰਦੇ ਨਾ ਜਾਨਵਰ ਤੋਂ ਕੁਛ ਤੋਂ ਮਰਾਂ, ਤੇ ਨਾ ਹੀ ਕੋਈ ਮਨੁੱਖ ਮਾਰਨ ਵਾਲਾ ਮੈਨੂੰ ਹੋਵੇ। ਹੁਣ ਫਿਰ ਉਹ ਚੀਜ਼ਾਂ ਮਾਰਨ ਵਾਲੀਆਂ ਸੀਗੀਆਂ, ਤੇ ਉਹਨੇ ਇੱਕ ਇੱਕ ਦਾ ਕਰਕੇ ਨਾਂ ਨਹੀਂ ਲਿਆ, ਉਹਨਾਂ ਨੇ ਉਹ ਸਾਰੀਆਂ ਚੀਜ਼ਾਂ ਦਾ ਹੀ ਨਾਮ ਮੰਨ ਲਿਆ। ਜਿੱਦਾਂ ਮਨੁੱਖ ਆ, ਮਨੁੱਖ ਇੱਕ ਥੋੜ੍ਹਾ ਹੈ, ਬਹੁਤ ਮਨੁੱਖ ਨੇ। ਵੀ ਮਨੁੱਖ ਜਾਤੀ ਤੋਂ ਨਾ ਮਾਰਾਂ, ਜਾਨਵਰ ਜਾਤੀ ਤੋਂ ਨਾ ਮਾਰਾਂ, ਸ਼ਸਤਰ ਜਾਤੀ ਤੋਂ ਨਾ ਮਾਰਾਂ, ਨਾ ਧਰਤੀ 'ਤੇ ਮਰਾਂ, ਨਾ ਆਕਾਸ਼ 'ਤੇ ਮਰਾਂ। ਤੇ ਫਿਰ ਜਦੋਂ ਸਮਾਂ ਆਇਆ, ਹੁਣ ਬ੍ਰਹਮਾ ਨੇ ਵਰਤ ਦੇ ਦਿੱਤੇ, ਇਹਨਾਂ ਵਰਾਂ ਦੇ ਨਾਲ ਹੰਕਾਰੀ ਹੋ ਗਿਆ, ਇਹਨਾਂ ਵਰਾਂ ਦੇ ਨਾਲ ਹੰਕਾਰੀ ਹੋ ਗਿਆ ਵੀ ਹੁਣ ਮੈਨੂੰ ਕੋਈ ਮਾਰਨ ਵਾਲਾ ਕੌਣ ਹੈ? ਹੰਕਾਰੀ ਹੋ ਕੇ ਫਿਰ ਆਪਣਾ ਨਾਮ ਵਿੱਚ ਪਾਉਣਾ ਸ਼ੁਰੂ ਕਰਤਾ। ਤੇ ਸਮਾਂ ਦੇਖਿਆ ਨਹੀਂ, ਸਮਾਂ ਜ਼ਿਆਦਾ ਹੋ ਗਿਆ। ਪਾਤਸ਼ਾਹ ਕਿਰਪਾ ਕਰੇ, ਇੰਨੀ ਕੁ ਵਿਚਾਰ ਪ੍ਰਵਾਨ ਕਰ ਲੈਣੀ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ ਕਰਦੀ। ਕੱਲ੍ਹ ਨੂੰ ਆਪਾਂ ਫਿਰ ਤੋਂ ਲੜੀ ਸ਼ੁਰੂ ਕਰ ਦਾਂਗੇ, ਜਿਸ ਤਰ੍ਹਾਂ ਪਾਤਸ਼ਾਹ ਆਪਣੇ 'ਤੇ ਕਿਰਪਾ ਕਰਨਗੇ ਉਹ ਜੀ ਆਪਾਂ ਕੱਲ੍ਹ ਨੂੰ ਵਿਚਾਰ ਕਰ ਦੇਵਾਂਗੇ। ਆਓ ਆਪਣਾ ਪਿੰਡ ਦੇ ਭਲੇ ਵਾਸਤੇ
ਨਗਰ ਦੀ ਸੁਖ ਸ਼ਾਂਤੀ ਵਾਸਤੇ ਸਭ ਗੁਰੂਆਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।